Hello, good morning, students. In this lecture, we discuss chapter number 11 Equilibrium of Firm and Industry under Perfect Competition. Perfect competition refers to that situation of market in which there are numerous firms producing homogeneous product. Perfect competition ਉਸ ਫਾਰਮ ਆਫ ਮਾਰਕੀਟ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਜਿਹੜੀਆਂ ਫਰਮਸ ਆ ਹੋਮੋਜੀਨੀਅਸ ਪ੍ਰੋਡਕਟ ਦਾ ਪ੍ਰੋਡਕਸ਼ਨ ਕਰਦੀਆਂ ਅਤੇ ਲਾਰਜ ਨੰਬਰ ਆਫ ਸੇਲਰਸ ਹੁੰਦੇ ਆ ਐਂਡ ਲਾਰਜ ਨੰਬਰ ਆਫ ਬਾਇਰਸ ਹੁੰਦੇ ਆ ਐਂਡ ਗਰੁੱਪ ਆਫ ਫਰਮਸ ਜਿਹੜੀਆਂ ਹੋਮੋਜੀਨੀਅਸ ਪ੍ਰੋਡਕਟ ਪ੍ਰੋਡਕਸ਼ਨ ਕਰਦੀਆਂ ਉਹਨਾਂ ਦੇ ਗਰੁੱਪ ਨੂੰ ਉਹਨਾਂ ਫਰਮਸ ਦੇ ਗਰੁੱਪ ਨੂੰ ਇੰਡਸਟਰੀ ਕਿਹਾ ਜਾਂਦਾ ਹੈ। ਇਸ ਚੈਪਟਰ ਦੇ ਵਿੱਚ ਅਸੀਂ ਅੰਡਰ ਪਰਫੈਕਟ ਕੰਪੀਟੀਸ਼ਨ ਫਰਮ ਅਤੇ ਇੰਡਸਟਰੀ ਦੇ ਇਕੁਲਿਬਰੀਅਮ ਨੂੰ ਸਟੱਡੀ ਕਰਾਂਗੇ। This study will be undertaken under two time periods, short run equilibrium and long run equilibrium. First we discuss meaning of the firm. In the words of Watson, a firm is a unit engaged in the production for sale at a profit and with the objective of maximizing the profit. ਇੱਕ ਫਰਮ ਮਤਲਬ ਕਿ ਕਿਸ ਨੂੰ ਫਰਮ ਕਿਹਾ ਜਾਂਦਾ ਹੈ ਜਿਹੜਾ ਕਿ ਪ੍ਰੋਡਕਸ਼ਨ ਕਰਦੀ ਆ ਫੋਰ ਸੇਲ ਲਈ ਅਤੇ ਉਸ ਸੇਲ ਤੋਂ ਕੀ ਕਰਕੇ ਆ ਆਪਣੇ ਪ੍ਰੋਡਕਸ਼ਨ ਨੂੰ ਸੇਲ ਕਰਕੇ ਆਪਣਾ ਪ੍ਰੋਫਿਟ ਮੈਕਸੀਮਾਈਜ਼ ਕਰਨ ਦੇ ਲਈ ਉਸ ਦਾ ਓਬਜੈਕਟਿਵ ਹੁੰਦਾ ਹੈ। ਦੈਟ ਮੀਨਸ ਇੱਕ ਫਰਮ ਕੀ ਆ ਸੇਲ ਦੇ ਲਈ ਪ੍ਰੋਡਕਸ਼ਨ ਕਰਦੀ ਆ ਅਤੇ ਪ੍ਰੋਫਿਟ ਦਾ ਉਸਦਾ ਓਬਜੈਕਟਿਵ ਕੀ ਹੁੰਦਾ ਹੈ ਆਪਣੇ ਪ੍ਰੋਫਿਟ ਨੂੰ ਮੈਕਸੀਮਾਈਜ਼ ਕਰਨਾ। ਨੈਕਸਟ ਇਜ਼ ਮੀਨਿੰਗ ਆਫ ਫਰਮਸ ਇਕੁਲਿਬਰੀਅਮ। Equilibrium is a point of rest for the firm, implying the state of maximization of profits or minimization of losses. ਇੱਕ ਫਰਮ ਇਕੁਲਿਬਰੀਅਮ ਵਿੱਚ ਕਦੋਂ ਹੁੰਦੀ ਆ ਜਦੋਂ ਉਹ ਆਪਣੇ ਐਗਜ਼ਿਸਟਿੰਗ ਅਮਾਊਂਟ ਆਫ ਆਊਟਪੁੱਟ ਦੇ ਨਾਲ ਸੈਟਿਸਫਾਈਡ ਹੁੰਦੀ ਆ। ਜਦੋਂ ਫਰਮ ਇਕੁਲਿਬਰੀਅਮ ਵਿੱਚ ਹੁੰਦੀ ਆ ਤਾਂ ਆਪਣੇ ਉਸ ਆਊਟਪੁੱਟ ਦੇ ਵਿੱਚ ਨਾ ਹੀ ਇਨਕਰੀਜ਼ ਕਰਨਾ ਚਾਹੁੰਦੀ ਆ ਅਤੇ ਨਾ ਹੀ ਉਸ ਆਊਟਪੁੱਟ ਨੂੰ ਡਿਕਰੀਜ਼ ਕਰਨਾ ਚਾਹੁੰਦੀ ਆ। In the words of Hansen, a firm will be in equilibrium when it is of no advantage to increase or decrease its output. ਮਤਲਬ ਕਿ ਫਰਮ ਜਦੋਂ ਇਨਕੁਲਿਬਰੀਅਮ ਵਿੱਚ ਹੁੰਦੀ ਆ ਉਸਨੂੰ ਕੋਈ ਵੀ ਐਡਵਾਂਟੇਜ ਨਹੀਂ ਹੁੰਦਾ ਆਪਣੇ ਆਊਟਪੁੱਟ ਨੂੰ ਇਨਕਰੀਜ਼ ਅਤੇ ਡਿਕਰੀਜ਼ ਕਰਨ ਦੇ ਨਾਲ। ਇਸ ਲਈ ਇੱਕ ਫਰਮ ਜਦੋਂ ਇਕੁਲਿਬਰੀਅਮ ਵਿੱਚ ਹੁੰਦੀ ਆ ਤਾਂ ਆਪਣੇ ਉਸ ਆਊਟਪੁੱਟ ਵਿੱਚ ਨਾ ਹੀ ਇਨਕਰੀਜ਼ ਕਰਨਾ ਪਸੰਦ ਕਰਦੀ ਹੈ ਨਾ ਹੀ ਡਿਕਰੀਜ਼ ਕਰਨਾ ਪਸੰਦ ਕਰਦੀ ਆ ਕਿਉਂਕਿ ਇਕੁਲਿਬਰੀਅਮ ਦੇ ਪੁਆਇੰਟ ਵਿੱਚ ਇੱਕ ਫਰਮ ਨੂੰ ਪ੍ਰੋਫਿਟ ਮੈਕਸੀਮਾਈਜੇਸ਼ਨ ਹੁੰਦਾ ਹੈ ਅਤੇ ਜਿਹੜਾ ਲੋਸ ਹੁੰਦਾ ਹੈ ਉਹ ਮਿਨੀਮਮ ਹੁੰਦਾ ਹੈ। ਨਾਓ ਨੈਕਸਟ ਇਜ਼ ਕੰਡੀਸ਼ਨਸ ਆਫ ਦੀ ਇਕੁਲਿਬਰੀਅਮ ਆਫ ਦੀ ਫਰਮ। Main conditions of the equilibrium of a firm are as under. First is maximum profit. Profit of a firm is equal to the difference between its total revenue and total cost. ਅਸੀਂ profit ਨੂੰ ਕਿਵੇਂ find out ਕਰ ਸਕਦੇ ਹਾਂ? Total revenue ਇੱਕ firm ਜਿੰਨਾ ਪ੍ਰੋਡਕਸ਼ਨ ਕਰਦੀ ਆ ਸਪੋਜ਼ ਕਿ 10 ਯੂਨਿਟਸ ਦਾ ਪ੍ਰੋਡਕਸ਼ਨ ਕਰਦੀ ਉਹਨਾਂ 10 ਯੂਨਿਟਸ ਨੂੰ ਸੇਲ ਕਰਕੇ 100 ਰੁਪੀਜ਼ ਟੋਟਲ ਰੈਵਨਿਊ ਮਿਲਦਾ। ਠੀਕ ਆ, ਟੋਟਲ ਕੋਸਟ ਕੀ ਆ ਇਹਨਾਂ 10 ਯੂਨਿਟਸ ਨੂੰ ਪ੍ਰੋਡਕਸ਼ਨ ਕਰਨ ਦੀ ਕੋਸਟ ਕਿੰਨੀ ਲੱਗੀ ਆ ਸਪੋਜ਼ 50 ਯੂਨਿਟਸ ਕੀ ਲੱਗੀ ਆ ਟੋਟਲ ਕੋਸਟ। ਜਦੋਂ ਟੋਟਲ ਰੈਵਨਿਊ ਵਿੱਚੋਂ ਅਸੀਂ ਟੋਟਲ ਕੋਸਟ ਮਾਈਨਸ ਕਰ ਦਿੰਦੇ ਹਾਂ ਅਤੇ ਸਾਡੇ ਕੋਲ ਕੀ ਆ ਜਾਂਦਾ ਹੈ ਅਸੀਂ ਪ੍ਰੋਫਿਟ ਫਾਈਂਡ ਆਊਟ ਕਰ ਸਕਦੇ ਉਸ ਤੋਂ। ਦੈਟ ਮੀਨਸ ਕਿ ਪ੍ਰੋਫਿਟ ਕੀ ਆ ਡਿਫਰੈਂਸ ਬਿਟਵੀਨ ਟੋਟਲ ਰੈਵਨਿਊ ਐਂਡ ਟੋਟਲ ਕੋਸਟ। ਇੱਕ ਫਰਮ ਦੇ ਇਕੁਲਿਬਰੀਅਮ ਹੋਣ ਦੀ ਜਿਹੜੀ ਫਸਟ ਕੰਡੀਸ਼ਨ ਆ ਉਹ ਕੀ ਆ ਕਿ ਜਿਹੜਾ ਇੱਕ ਫਰਮ ਦਾ ਪ੍ਰੋਫਿਟ ਆ ਉਹ ਕੀ ਆ ਮੈਕਸੀਮਮ ਹੋਣਾ ਚਾਹੀਦਾ ਹੈ। ਸੈਕਿੰਡ ਕੰਡੀਸ਼ਨ ਇਜ਼ ਮਾਰਜਨਲ ਕੋਸਟ ਸ਼ੁੱਡ ਬੀ ਇਕੁਅਲ ਟੂ ਮਾਰਜਨਲ ਰੈਵਨਿਊ ਕਿ ਮਾਰਜਨਲ ਕੋਸਟ ਮਾਰਜਨਲ ਰੈਵਨਿਊ ਦੀ ਇਕੁਅਲ ਹੋਣੀ ਚਾਹੀਦੀ ਆ। ਐਂਡ ਥਰਡ ਇਜ਼ ਮਾਰਜਨਲ ਕੋਸਟ ਕਰਵ ਕੱਟ ਮਾਰਜਨਲ ਰੈਵਨਿਊ ਕਰਵ ਫਰੋਮ ਬਿਲੋ ਕਿਉਂਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਐਵਰੇਜ ਰੈਵਨਿਊ ਐਂਡ ਮਾਰਜਨਲ ਰੈਵਨਿਊ ਇਕੁਅਲ ਹੁੰਦੇ ਆ। ਦੈਟ ਮੀਨਸ ਕਿ ਦਿਸ ਇਜ਼ ਮਾਰਜਨਲ ਰੈਵਨਿਊ ਕਰਵ ਵੀ ਹੈ ਵੀ ਕਿ ਥਰਡ ਕੰਡੀਸ਼ਨ ਕਿ ਜਿਹੜੀ ਮਾਰਜਨਲ ਕੋਸਟ ਕਰਵ ਆ ਉਹ ਮਾਰਜਨਲ ਰੈਵਨਿਊ ਕਰਵ ਨੂੰ ਨੀਚੇ ਤੋਂ ਉੱਪਰ ਨੂੰ ਜਾਂਦੀ ਹੋਈ ਕੱਟ ਕਰੇ। ਇਹ ਕੀ ਆ ਥਰਡ ਕੰਡੀਸ਼ਨ ਆਫ ਇਕੁਲਿਬਰੀਅਮ। ਫੋਰਥ ਪੁਆਇੰਟ ਇਜ਼ ਮਿਨੀਮਮ ਲੋਸ ਆਫ ਫਿਕਸਡ ਕਾਸਟ।
ਇਨ ਦਾ ਸ਼ਾਰਟ ਰਨ ਇੱਕ ਫਰਮ ਨੂੰ ਆਪਣਾ ਆਊਟਪੁੱਟ ਪ੍ਰੋਡਿਊਸ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਉਸਨੂੰ ਜਿਹੜਾ ਟੋਟਲ ਰੈਵਨਿਊ ਮਿਲ ਰਿਹਾ ਹੈ ਆਪਣੇ ਆਊਟਪੁੱਟ ਦੇ ਨਾਲ ਉਹ ਕੀ ਆ ਅਗਰ ਉਹ ਲੈਸ ਦੈਨ ਟੋਟਲ ਵੇਰੀਏਬਲ ਕੋਸਟ, ਜਿਹੜੀ ਟੋਟਲ ਵੇਰੀਏਬਲ ਕੋਸਟ ਅਗਰ ਉਸ ਤੋਂ ਲੈਸ ਦੈਨ ਨਹੀਂ ਹੈਗਾ ਦੈਨ ਇੱਕ ਫਰਮ ਨੂੰ ਪ੍ਰੋਡਕਸ਼ਨ ਕਰਦੇ ਰਹਿਣਾ ਚਾਹੀਦਾ ਹੈ। ਦੈਟ ਮੀਨਸ ਕਿ ਇੱਕ ਫਰਮ ਨੂੰ ਸ਼ਾਰਟ ਰਨ ਦੇ ਵਿੱਚ ਜਿਹੜੀ ਮਿਨੀਮਮ ਲੋਸ ਹੋਣਾ ਚਾਹੀਦਾ ਉਹ ਕੀ ਫਿਕਸਡ ਕੋਸਟ ਦੇ ਹੋਣਾ ਚਾਹੀਦਾ ਹੈ। ਦੈਟ ਮੀਨਸ ਸ਼ਾਰਟ ਰਨ ਦੇ ਵਿੱਚ ਜਿਹੜਾ ਮਿਨੀਮਮ ਲੋਸ ਹੁੰਦਾ ਕੀ ਹੁੰਦਾ, ਦੈਟ ਇਜ਼ ਫਿਕਸਡ ਕੋਸਟ। The above mentioned rules apply to the profit maximization firms in all market structure like perfect competition, monopoly and monopolistic competition। ਇਸ ਚੈਪਟਰ ਵਿੱਚ ਅਸੀਂ ਸਟੱਡੀ ਕਰਾਂਗੇ ਇੱਕ ਫਰਮ ਦਾ ਇਕੁਲਿਬਰੀਅਮ ਔਰ ਪ੍ਰੋਫਿਟ ਮੈਕਸੀਮਾਈਜੇਸ਼ਨ ਬਿਹੇਵੀਅਰ ਨੂੰ ਪਰਫੈਕਟ ਕੰਪੀਟੀਸ਼ਨ ਮਾਰਕੀਟ ਦੇ ਫਾਰਮ ਵਿੱਚ। The above conditions of equilibrium can be examined in two ways: total revenue and total cost approach, marginal revenue and marginal cost approach। First we discuss total revenue and total cost approach। ਇੱਕ ਫਰਮ ਇਕੁਲਿਬਰੀਅਮ ਵਿੱਚ ਆ ਅਤੇ ਉਸਨੂੰ ਜਦੋਂ ਇੱਕ ਫਰਮ ਇਕੁਲਿਬਰੀਅਮ ਵਿੱਚ ਹੁੰਦੀ ਆ ਕਿਸ ਟਾਈਮ ਹੁੰਦੀ ਆ, ਜਦੋਂ ਉਸਨੂੰ ਪ੍ਰੋਫਿਟ ਮੈਕਸੀਮਮ ਹੁੰਦਾ, ਜਦੋਂ ਉਹ ਮੈਕਸੀਮਮ ਪ੍ਰੋਫਿਟ ਅਰਨ ਕਰਦੀ ਆ। ਫਰਮ ਦੇ ਟੋਟਲ ਪ੍ਰੋਫਿਟ ਨੂੰ ਅਸੀਂ ਐਸਟੀਮੇਟ ਕਰ ਸਕਦੇ ਹਾਂ ਬਾਏ ਦਾ ਡਿਫਰੈਂਸ ਬਿਟਵੀਨ ਟੋਟਲ ਰੈਵਨਿਊ ਐਂਡ ਟੋਟਲ ਕੋਸਟ। ਟੋਟਲ ਰੈਵਨਿਊ ਅਤੇ ਟੋਟਲ ਕੋਸਟ ਦੇ ਡਿਫਰੈਂਸ ਦੇ ਨਾਲ ਅਸੀਂ ਪ੍ਰੋਫਿਟ ਨੂੰ ਐਸਟੀਮੇਟ ਕਰ ਸਕਦੇ ਹਾਂ। ਇੱਕ ਫਰਮ ਇਕੁਲਿਬਰੀਅਮ ਵਿੱਚ ਕਦੋਂ ਹੁੰਦੀ ਆ, ਜਦੋਂ ਉਸ ਅਮਾਊਂਟ ਆਫ ਆਊਟਪੁੱਟ ਨੂੰ ਪ੍ਰੋਡਿਊਸ ਕਰਦੀ ਆ ਜਿਸ ਵਿੱਚ ਜਿਹੜਾ ਡਿਫਰੈਂਸ ਬਿਟਵੀਨ ਟੋਟਲ ਰੈਵਨਿਊ ਅਤੇ ਟੋਟਲ ਕੋਸਟ ਦੈਟ ਵੀ ਜਦੋਂ ਟੋਟਲ ਪ੍ਰੋਫਿਟ ਮੈਕਸੀਮਮ ਹੁੰਦਾ ਹੈ। ਇਸ ਸਿਚੁਏਸ਼ਨ ਨੂੰ ਅਸੀਂ ਫਿਗਰ 1 ਦੇ ਥਰੂ ਸਮਝਾਂਗੇ। ਫਿਗਰ 1 ਦੇ ਵਿੱਚ ਕੋਮੋਡਿਟੀ ਨੂੰ ਐਕਸ ਐਕਸਿਸ 'ਤੇ ਸ਼ੋ ਕੀਤਾ ਗਿਆ ਦੈਟ ਇਜ਼ ਆਊਟਪੁੱਟ ਨੂੰ, ਐਂਡ ਕੋਸਟ, ਰੈਵਨਿਊ ਐਂਡ ਪ੍ਰੋਫਿਟ ਨੂੰ ਵਾਈ ਐਕਸਿਸ ਦੇ ਉੱਪਰ ਸ਼ੋ ਕੀਤਾ ਗਿਆ ਹੈ। ਜਿਹੜੀ ਟੀ ਆ ਟੋਟਲ ਰੈਵਨਿਊ ਕਰਵ ਆ, ਇਹ ਕੀ ਆ ਸਟੇਟ ਲਾਈਨ ਕਰਵ ਆ, ਠੀਕ ਆ, ਜੋ ਕਿ 40 ਡਿਗਰੀ ਐਂਗਲ 'ਤੇ ਬਣਾਈ ਗਈ ਹੈ ਐਟ ਦਾ ਪੁਆਇੰਟ ਆਫ ਰੀਜਨ O ਤੋਂ। ਇਹ ਕੀ ਸ਼ੋ ਕਰਦੀ ਆ ਕਿ ਜਿਹੜੀ ਪ੍ਰਾਈਸ ਆਫ ਕੋਮੋਡਿਟੀ ਆ ਉਹ ਕੀ ਫਿਕਸਡ ਆ, ਐਂਡ ਕਿਉਂਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀ ਪ੍ਰਾਈਸ ਆ ਉਹ ਫਿਕਸ ਕੀਤੀ ਜਾਂਦੀ ਹੈ, ਇਸ ਲਈ ਜਿਹੜੀ ਟੋਟਲ ਰੈਵਨਿਊ ਕਰਵ ਆ ਉਹ ਕੀ ਬਿਲਕੁਲ ਸਟ੍ਰੇਟ ਆ ਅਪਵਰਡ। ਐਂਡ ਟੀ ਸੀ ਕੀ ਆ ਟੋਟਲ ਕੋਸਟ ਕਰਵ ਆ, ਐਂਡ ਜਿਹੜੀ ਟੀ ਪੀ ਸੀ ਆ ਦਿਸ ਇਜ਼ ਸ਼ੋ ਟੋਟਲ ਪ੍ਰੋਫਿਟ ਕਰਵ। ਸਪੋਜ਼ ਕਿ ਜਦੋਂ ਫਰਮ ਲੈਸ ਦੈਨ ਓ ਐਮ ਤੋਂ ਘੱਟ ਆਊਟਪੁੱਟ ਨੂੰ ਪ੍ਰੋਡਿਊਸ ਕਰਦੀ ਆ ਅਤੇ ਫਰਮ ਨੂੰ ਲੋਸ ਹੋਏਗਾ, ਬਿਕੋਜ਼ ਕਿ ਜਦੋਂ ਓ ਐਮ ਤੋਂ ਜਦੋਂ ਘੱਟ ਯੂਨਿਟਸ ਨੂੰ ਪ੍ਰੋਡਿਊਸ ਕਰਦੀ ਆ ਉਸ ਜਗ੍ਹਾ 'ਤੇ ਦੇਖੋ ਜਿਹੜੀ ਆ ਟੋਟਲ ਕੋਸਟ ਕਰਵ ਆ ਇਹ ਵਾਲੀ, ਇਹ ਕੀ ਆ ਟੋਟਲ ਰੈਵਨਿਊ ਤੋਂ ਉੱਪਰ ਆ, ਟੋਟਲ ਰੈਵਨਿਊ ਕਰਵ ਤੋਂ। ਦੈਟ ਮੀਨਸ ਕੋਸਟ ਜ਼ਿਆਦਾ, ਰੈਵਨਿਊ ਘੱਟ ਆ, ਇਸ ਲਈ ਫਰਮ ਨੂੰ ਕੀ ਹੋਏਗਾ, ਲੋਸ ਹੋਏਗਾ। ਵੈਨ ਫਰਮ ਪ੍ਰੋਡਿਊਸ ਓ ਐਮ ਯੂਨਿਟਸ ਦੈਨ ਨਾ ਹੀ ਉਸਨੂੰ ਲੋਸ ਹੋਏਗਾ ਅਤੇ ਨਾ ਹੀ ਉਸਨੂੰ ਕੋਈ ਵੀ ਪ੍ਰੋਫਿਟ ਹੋਏਗਾ, ਬਿਕੋਜ਼ ਐਟ ਦਿਸ ਪੁਆਇੰਟ ਟੋਟਲ ਕੋਸਟ ਇਜ਼ ਇਕੁਅਲ ਟੂ ਟੋਟਲ ਰੈਵਨਿਊ। ਇਸ ਨੂੰ ਬ੍ਰੇਕ ਈਵਨ ਪੁਆਇੰਟ ਵੀ ਕਿਹਾ ਜਾਂਦਾ। ਸਪੋ ਕਿ ਜਦੋਂ ਓ ਐਮ 1 ਯੂਨਿਟਸ ਪ੍ਰੋਡਿਊਸ ਕਰੇਗੀ ਉਸ ਜਗ੍ਹਾ ਤੋਂ ਦੇਖੋ ਕੋਸਟ ਐਂਡ ਰੈਵਨਿਊ ਏ ਪੁਆਇੰਟ 'ਤੇ ਇੱਕ ਦੂਸਰੇ ਨੂੰ ਕੱਟ ਕਰਕੇ ਲੰਘ ਲਿਆ, ਦੈਟ ਮੀਨਸ ਨਾ ਤਾਂ ਫਰਮ ਨੂੰ ਪ੍ਰੋਫਿਟ ਹੋ ਰਿਹਾ ਨਾ ਹੀ ਲੋਸ ਹੋ ਰਿਹਾ। ਇਸ ਪੁਆਇੰਟ ਨੂੰ ਜਦੋਂ ਟੋਟਲ ਰੈਵਨਿਊ ਟੋਟਲ ਕੋਸਟ ਦੇ ਇਕੁਅਲ ਹੁੰਦਾ ਹੈ ਉਸਨੂੰ ਬ੍ਰੇਕ ਈਵਨ ਪੁਆਇੰਟ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਪੁਆਇੰਟ 'ਤੇ ਜਿਹੜਾ ਪ੍ਰੋਫਿਟ ਆ ਪ੍ਰੋਫਿਟ ਅਤੇ ਲੋਸ ਜ਼ੀਰੋ ਹੁੰਦਾ ਆ। ਅਗਰ ਫਰਮ ਓ ਐਮ 1 ਟੂ ਓ ਐਮ 2 ਦੇ ਵਿੱਚ ਆਊਟਪੁੱਟ ਕਰਦੀ ਆ ਦੈਟ ਇਜ਼ ਓ ਐਮ 1 ਟੂ ਓ ਐਮ 2 ਦੇ ਵਿੱਚ, ਤਾਂ ਫਰਮ ਨੂੰ ਉਸ ਜਗ੍ਹਾ 'ਤੇ ਕੀ ਹੋਏਗਾ, ਪ੍ਰੋਫਿਟ ਹੋਏਗਾ, ਬਿਕੋਜ਼ ਇਸ ਜਗ੍ਹਾ 'ਤੇ ਜਿਹੜੀ ਟੋਟਲ ਰੈਵਨਿਊ ਕਰਵ ਆ ਉਹ ਟੋਟਲ ਕੋਸਟ ਕਰਵ ਤੋਂ ਉੱਪਰ ਆ, ਦੈਟ ਮੀਨਸ ਟੋਟਲ ਰੈਵਨਿਊ ਗ੍ਰੇਟਰ ਦੈਨ ਟੋਟਲ ਕੋਸਟ ਆ। ਇਸ ਲਈ ਫਰਮਸ ਨੂੰ ਕੀ ਹੋਏਗਾ, ਅਗਰ ਇੱਥੇ ਪ੍ਰੋਡਕਸ਼ਨ ਕਰੇਗੀ ਦੈਟ ਇਜ਼ ਐਮ ਯੂਨਿਟਸ, ਤਾਂ ਫਰਮ ਨੂੰ ਕੀ ਹੋਏਗਾ, ਪ੍ਰੋਫਿਟ ਮੈਕਸੀਮਮ ਪ੍ਰੋਫਿਟ ਹੋਏਗਾ। ਬਟ ਅਗਰ ਫਰਮ ਓ ਐਮ ਟੂ ਅਮਾਊਂਟ ਆਫ ਆਊਟਪੁੱਟ ਨੂੰ ਪ੍ਰੋਡਿਊਸ ਕਰਦੀ ਆ, ਅਗੇਨ ਫਰਮ ਦਾ ਜਿਹੜਾ ਪ੍ਰੋਫਿਟ ਆ ਉਹ ਜ਼ੀਰੋ ਹੋ ਜਾਏਗਾ, ਕਿਉਂਕਿ ਇਸ ਜਗ੍ਹਾ 'ਤੇ ਟੋਟਲ ਕੋਸਟ ਐਂਡ ਟੋਟਲ ਰੈਵਨਿਊ ਬੀ ਪੁਆਇੰਟ ਦੇ ਉੱਪਰ ਇਕੁਅਲ ਆ, ਦੈਟ ਮੀਨਸ ਪ੍ਰੋਫਿਟ ਕੀ ਹੋਏਗਾ, ਜ਼ੀਰੋ, ਬ੍ਰੇਕ ਈਵਨ ਪੁਆਇੰਟ ਹੋਏਗਾ।
आफ्टर पॉइंट बी अगर OM2 ਤੋਂ ਅੱਗੇ ਫਰਮ ਪ੍ਰੋਡਕਸ਼ਨ ਕਰਦੀ ਹੈ ਹੋਰ ਜ਼ਿਆਦਾ, ਅਤੇ ਉਸ ਨਾਲ ਕੀ ਹੋਏਗਾ ਕਿ ਜਿਹੜਾ ਫਰਮ ਦੀ ਟੋਟਲ ਕੋਸਟ ਆ ਉਹ ਜ਼ਿਆਦਾ ਹੋ ਜਾਏਗੀ ਐਂਡ ਟੋਟਲ ਰੈਵਨਿਊ ਘੱਟ। ਕਿਉਂ? ਦੇਖੋ ਟੋਟਲ ਰੈਵਨਿਊ ਇਹ ਰਹੀ, ਟੋਟਲ ਰੈਵਨਿਊ ਇਹ ਹੈ ਐਂਡ ਟੋਟਲ ਕੋਸਟ ਜ਼ਿਆਦਾ। ਦੈਟ ਮੀਨਸ ਕਿ ਅਗਰ ਫਰਮ OM2 ਯੂਨਿਟਸ ਤੋਂ ਹੋਰ ਜ਼ਿਆਦਾ ਪ੍ਰੋਡਕਸ਼ਨ ਕਰੇਗੀ ਦੈਨ ਉਸਦੀ ਜਿਹੜੀ ਆ ਕੋਸਟ ਜ਼ਿਆਦਾ ਹੋਏਗੀ ਐਂਡ ਰੈਵਨਿਊ ਘੱਟ ਹੋਏਗੀ। ਇਸ ਤਰ੍ਹਾਂ ਟੋਟਲ ਕੋਸਟ ਅਤੇ ਟੋਟਲ ਰੈਵਨਿਊ ਕਰਵ ਤੋਂ ਸ਼ੋ ਹੁੰਦਾ ਕਿ ਅਸੀਂ ਟੋਟਲ ਪ੍ਰੋਫਿਟ ਕਰਵ ਬਣਾਏਂਗੇ। ਦੇਖੋ ਜਦੋਂ OM ਯੂਨਿਟਸ ਤੋਂ ਘੱਟ ਅਸੀਂ ਪ੍ਰੋਡਕਸ਼ਨ ਕਰਦੇ ਹਾਂ, ਕੋਸਟ ਜ਼ਿਆਦਾ ਲੱਗਦੀ, ਰੈਵਨਿਊ ਘੱਟ ਅਤੇ ਲੋਸ ਆ, ਇਸ ਲਈ ਜਿਹੜੀ ਪ੍ਰੋਫਿਟ ਕਰਵ ਆ ਉਹ ਓਰੀਜਨ ਪੁਆਇੰਟ 0 ਉਸ ਤੋਂ ਕੀ ਆ ਨੀਚੇ ਆ, ਐਕਸ ਐਕਸਿਸ ਦੇ ਨੀਚੇ ਆ। ਜਦੋਂ M1 ਯੂਨਿਟਸ ਦਾ ਪ੍ਰੋਡਕਸ਼ਨ ਕਰਦੇ ਹਾਂ ਦੈਨ ਟੋਟਲ ਕੋਸਟ ਅਤੇ ਟੋਟਲ ਰੈਵਨਿਊ ਬਿਲਕੁਲ ਇੱਕ ਦੂਸਰੇ ਨੂੰ ਇਕੁਅਲ ਹੋ ਜਾਂਦੇ। ਦੈਟ ਮੀਨਸ ਪ੍ਰੋਫਿਟ 0 ਹੁੰਦਾ ਆ, ਇਸ ਲਈ M ਪੁਆਇੰਟ ਦੇ ਉੱਤੇ ਜਿਹੜੀ ਪ੍ਰੋਫਿਟ ਆ ਉਹ ਕੀ ਬਿਲਕੁਲ ਐਕਸ ਐਕਸਿਸ ਦੇ ਉੱਪਰ ਆ ਜਾਂਦਾ। ਠੀਕ ਹੈ। ਉਸ ਤੋਂ ਬਾਅਦ ਜਦੋਂ M ਯੂਨਿਟਸ ਦਾ ਪ੍ਰੋਡਕਸ਼ਨ ਕਰਦੇ ਹਾਂ OM ਦੈਨ ਜਿਹੜਾ ਪ੍ਰੋਫਿਟ ਆ ਟੋਟਲ ਰੈਵਨਿਊ ਅਤੇ ਟੋਟਲ ਕੋਸਟ ਦੇ ਵਿੱਚ ਡਿਫਰੈਂਸ ਜਿਹੜਾ ਮੈਕਸੀਮਮ ਆ ਦੈਟ ਇਜ਼ RS। ਇਸ ਜਗ੍ਹਾ 'ਤੇ ਜਿਹੜਾ ਪ੍ਰੋਫਿਟ ਹੋ ਰਿਹਾ ਉਹ ਮੈਕਸੀਮਮ ਹੋ ਰਿਹਾ, ਇਸ ਲਈ ਪ੍ਰੋਫਿਟ ਕਰਵ ਕੀ ਕਰੇਗੀ ਅਪਵਰਡ ਸ਼ਿਫਟ ਕਰੇਗੀ ਦੈਟ ਇਜ਼ ਇਸ ਜਗ੍ਹਾ 'ਤੇ। ਉਸ ਤੋਂ ਬਾਅਦ ਜਦੋਂ M ਤੋਂ ਲੈ ਕੇ M2 ਦੇ ਵਿੱਚ ਪ੍ਰੋਡਕਸ਼ਨ ਕੀਤਾ ਜਾਂਦਾ ਉਸ ਜਗ੍ਹਾ 'ਤੇ ਟੋਟਲ ਰੈਵਨਿਊ ਜ਼ਿਆਦਾ ਆ ਟੋਟਲ ਕੋਸਟ ਨਾਲੋਂ, ਬਟ ਐਜ਼ ਕੰਪੇਅਰ ਟੂ OM ਯੂਨਿਟਸ OM ਆਊਟਪੁੱਟ ਨਾਲੋਂ ਘੱਟ ਆ, ਇਸ ਲਈ ਥੋੜ੍ਹੀ ਕੀ ਡਾਊਨਵਰਡ ਸਲੋਪ ਹੋਣ ਲੱਗੀ। M2 ਪੁਆਇੰਟ ਦੇ ਉੱਪਰ ਟੋਟਲ ਰੈਵਨਿਊ ਟੋਟਲ ਕੋਸਟ ਦੇ ਇਕੁਅਲ ਹੈ, ਇਸ ਲਈ ਪ੍ਰੋਫਿਟ ਕੀ ਆ 0, ਇਸ ਲਈ ਅਗੇਨ ਐਕਸ ਐਕਸਿਸ ਦੇ ਉੱਪਰ ਆ ਜਾਏਗਾ। ਉਸ ਤੋਂ ਬਾਅਦ M2 ਤੋਂ ਬਾਹਰ ਅਗਰ ਹੋਰ ਜ਼ਿਆਦਾ ਪ੍ਰੋਡਕਸ਼ਨ ਕਰੇਗੀ ਦੈਨ ਅਗੇਨ ਟੋਟਲ ਕੋਸਟ ਜ਼ਿਆਦਾ ਟੋਟਲ ਰੈਵਨਿਊ ਘੱਟ ਅਤੇ ਟੋਟਲ ਪ੍ਰੋਫਿਟ ਕੀ ਹੋਏਗਾ ਲੋਸ ਵਿੱਚ ਫੇਸ ਚੱਲ ਜਾਏਗਾ। ਇਸ ਤਰ੍ਹਾਂ ਅਸੀਂ ਟੋਟਲ ਰੈਵਨਿਊ ਅਤੇ ਟੋਟਲ ਕੋਸਟ ਕਰਵ ਦੇ ਥਰੂ ਇਹ ਪ੍ਰੋਫਿਟ ਮੈਕਸੀਮਾਈਜੇਸ਼ਨ ਨੂੰ ਫਾਈਂਡ ਆਊਟ ਕਰ ਸਕਦੇ ਹਾਂ ਕਿ ਇੱਕ ਫਰਮ ਨੂੰ ਕਿੰਨਾ ਪ੍ਰੋਫਿਟ ਹੋ ਰਿਹਾ ਜਾਂ ਕਿੰਨਾ ਲੋਸ ਹੋ ਰਿਹਾ। ਸੈਕਿੰਡ ਪੁਆਇੰਟ ਇਜ਼ ਮਿਨੀਮਮ ਲੋਸ। ਫਿਗਰ 2 ਦੇ ਵਿੱਚ ਮਿਨੀਮਮ ਲੋਸ ਸਿਚੁਏਸ਼ਨ ਨੂੰ ਸ਼ੋ ਕੀਤਾ ਗਿਆ। TC ਟੋਟਲ ਕੋਸਟ ਕਰਵ ਐਂਡ TVC ਟੋਟਲ ਵੇਰੀਏਬਲ ਕੋਸਟ ਕਰਵ ਆ ਐਂਡ TR ਇਜ਼ ਦੀ ਟੋਟਲ ਰੈਵਨਿਊ ਕਰਵ। ਅਜ਼ਿਊਮ ਕੀਤਾ ਜਾਂਦਾ ਕਿ ਜਦੋਂ ਗੁਡਸ ਦੀ ਪ੍ਰਾਈਸ ਫੋਲ ਹੋ ਜਾਂਦੀ ਹੈ ਦੈਨ ਦ ਕੋਮੋਡਿਟੀ ਦੀ ਤਾਂ ਉਸ ਕੋਮੋਡਿਟੀ ਦੀ ਜਿਹੜੀ ਟੋਟਲ ਰੈਵਨਿਊ ਕਰਵ ਆ ਉਹ ਕੀ ਆ TR ਆ ਦੈਟ ਇਜ਼ ਟੋਟਲ ਰੈਵਨਿਊ ਕਰਵ। ਇਹ ਜਿਹੜੀ ਕਰਵ ਉਹ ਟੱਚ ਕਰ ਰਹੀ ਹੈ ਟੋਟਲ ਵੇਰੀਏਬਲ ਕੋਸਟ ਨੂੰ ਐਟ B ਪੁਆਇੰਟ ਦੇ ਉੱਪਰ। ਉਹ ਕੀ ਇੰਡੀਕੇਟ ਕਰ ਰਹੀ ਹੈ ਕਿ ਜਿਹੜੀ ਫਰਮ ਰਿਕਵਰ ਕੀ ਕਰ ਰਹੀ ਹੈ ਸਿਰਫ ਵੇਰੀਏਬਲ ਕੋਸਟ ਅਤੇ ਉਸਨੂੰ ਲੋਸ ਕਿੰਨਾ ਹੋ ਰਿਹਾ ਹੈ ਦੈਟ ਇਜ਼ ਫਿਕਸਡ ਕੋਸਟ। ਕਿਉਂਕਿ ਟੋਟਲ ਕੋਸਟ ਕੀ ਹੁੰਦਾ ਹੈ ਟੋਟਲ ਕੋਸਟ ਇਜ਼ ਇਕੁਅਲ ਟੂ ਟੋਟਲ ਫਿਕਸਡ ਕੋਸਟ ਪਲੱਸ ਟੋਟਲ ਵੇਰੀਏਬਲ ਕੋਸਟ। ਇਸ ਜਗ੍ਹਾ 'ਤੇ ਜਦੋਂ ਟੋਟਲ ਰੈਵਨਿਊ ਕਰਵ ਟੋਟਲ ਵੇਰੀਏਬਲ ਕੋਸਟ ਨੂੰ ਟੱਚ ਕਰੀਏ ਦੈਟ ਮੀਨਸ ਇੱਕ ਫਰਮ ਨੂੰ ਜਿਹੜੀ ਰੈਵਨਿਊ ਹੋ ਰਹੀ ਹੈ ਉਹ ਟੋਟਲ ਵੇਰੀਏਬਲ ਕੋਸਟ ਦੇ ਬਰਾਬਰ ਹੀ ਮਿਲ ਰਹੀ ਆ। ਦੈਟ ਮੀਨਸ ਟੋਟਲ ਫਿਕਸ ਕੋਸਟ ਅਗਰ 10 ਟੋਟਲ ਵੇਰੀਏਬਲਸ ਕੋਸਟ 20 ਆ। ਦੈਟ ਮੀਨਸ ਇੱਕ ਫਰਮ ਨੂੰ ਆਪਣੀ ਗੁਡਸ ਨੂੰ ਸੇਲ ਕਰਕੇ ਸਿਰਫ ਕਿੰਨੀ ਇਨਕਮ ਮਿਲ ਰਹੀ ਹੈ ਦੈਟ ਇਜ਼ ਓਨਲੀ 20 ਅਤੇ ਉਸਨੂੰ ਲੋਸ ਕਿੰਨਾ ਹੋ ਰਿਹਾ ਦੈਟ ਇਜ਼ 10 ਯੂਨਿਟਸ ਦਾ। 10 ਯੂਨਿਟਸ ਕੀ ਆ ਮਿਨੀਮਮ ਲੋਸ। ਇਸ ਲਈ ਇੱਕ ਫਰਮਸ ਨੂੰ ਪ੍ਰੋਡਕਸ਼ਨ ਕਰਦੇ ਰਹਿਣਾ ਚਾਹੀਦਾ ਜਦੋਂ ਤੱਕ ਉਸਨੂੰ ਟੋਟਲ ਵੇਰੀਏਬਲ ਕੋਸਟ ਮਿਲ ਰਹੀ ਆ। ਬਿਕੋਜ਼ ਅਗਰ ਇੱਕ ਫਰਮ ਪ੍ਰੋਡਕਸ਼ਨ ਕਰਨਾ ਬੰਦ ਕਰ ਦਿੰਦੀ ਆ ਦੈਨ ਉਸਦਾ ਕੀ ਹੋਏਗਾ ਕਿ ਜਿਹੜਾ ਟੋਟਲ ਫਿਕਸਡ ਕੋਸਟ ਦਾ ਲੋਸ ਆ ਉਸਨੂੰ ਫਿਰ ਵੀ ਇਹ ਬੀਅਰ ਕਰਨਾ ਪਏਗਾ। ਇਸ ਲਈ ਇੱਕ ਫਰਮਸ ਉਸ ਟਾਈਮ ਤੱਕ ਪ੍ਰੋਡਕਸ਼ਨ ਕਰਦੀ ਰਹਿੰਦੀ ਹੈ ਜਦੋਂ ਤੱਕ ਉਸਨੂੰ ਟੋਟਲ ਵੇਰੀਏਬਲ ਕੋਸਟ ਮਿਲਦੀ ਰਹਿੰਦੀ ਆ। Now next is marginal revenue and marginal cost approach. ਸੈਕਿੰਡ ਮੈਥਡ ਫਰਮਸ ਦੇ ਇਕੁਲਿਬਰੀਅਮ ਨੂੰ ਫਾਈਂਡ ਆਊਟ ਕਰਨ ਦਾ ਹੈਗਾ ਮਾਰਜਨਲ ਰੈਵਨਿਊ ਐਂਡ ਮਾਰਜਨਲ ਕੋਸਟ ਅਪਰੋਚ। ਪਹਿਲਾਂ ਮਾਰਜਨਲ ਕੋਸਟ ਕੀ ਹੁੰਦੀ ਆ? ਮਾਰਜਨਲ ਕੋਸਟ ਕੀ ਹੁੰਦੀ ਆ ਕਿ ਇੱਕ ਫਰਮ ਜਦੋਂ ਇੱਕ ਐਕਸਟਰਾ ਯੂਨਿਟ ਦਾ ਪ੍ਰੋਡਕਸ਼ਨ ਕਰਨ ਦੇ ਨਾਲ ਟੋਟਲ ਕੋਸਟ ਦੇ ਵਿੱਚ ਕੀ ਚੇਂਜ ਆਉਂਦਾ ਉਸਨੂੰ ਕਿਹਾ ਜਾਂਦਾ ਮਾਰਜਨਲ ਕੋਸਟ। ਲਾਈਕਵਾਈਜ਼ ਇਸੇ ਤਰ੍ਹਾਂ ਮਾਰਜਨਲ ਰੈਵਨਿਊ ਕੀ ਹੁੰਦਾ ਹੈ ਕਿ ਇੱਕ ਐਡੀਸ਼ਨ ਯੂਨਿਟਸ ਦੀ ਸੇਲ ਕਰਨ ਦੇ ਨਾਲ ਟੋਟਲ ਰੈਵਨਿਊ ਦੇ ਵਿੱਚ ਕਿੰਨਾ ਚੇਂਜ ਆਉਂਦਾ ਆ ਉਸਨੂੰ ਕੀ ਕਿਹਾ ਜਾਂਦਾ ਹੈ ਮਾਰਜਨਲ ਰੈਵਨਿਊ। ਸੋ ਇਨ ਆਰਡਰ ਟੂ ਨੋ ਦਾ ਪੋਜੀਸ਼ਨ ਆਫ ਮੈਕਸੀਮਮ ਪ੍ਰੋਫਿਟ ਇੱਕ ਫਰਮ ਕੰਪੇਅਰ ਕਰਦੀ ਹੈ ਮਾਰਜਨਲ ਕੋਸਟ ਅਤੇ ਮਾਰਜਨਲ ਰੈਵਨਿਊ ਨੂੰ। ਇੱਕ ਫਰਮ ਆਪਣੇ ਪ੍ਰੋਡਕਸ਼ਨ ਨੂੰ ਕੰਟੀਨਿਊਸ ਰੱਖਦੀ ਆ। ਇਹ ਫਰਮ ਵਿਲ ਕੰਟੀਨਿਊਸ ਇਟਸ ਪ੍ਰੋਡਕਸ਼ਨ ਐਜ਼ ਲੌਂਗ ਐਜ਼ ਅਗਰ ਮਾਰਜਨਲ ਰੈਵਨਿਊ ਮੋਰ ਦੈਨ ਦਾ ਮਾਰਜਨਲ ਕੋਸਟ ਦੇ
ਐਂਡ ਇੱਕ ਫਰਮ ਆਪਣੇ ਪ੍ਰੋਡਕਸ਼ਨ ਨੂੰ ਰਿਡਿਊਸ ਕਰਦੀ ਆ ਅਗਰ ਮਾਰਜਨਲ ਰੈਵਨਿਊ ਲੈਸ ਦੈਨ ਆ ਮਾਰਜਨਲ ਕੋਸਟ ਹੈ। ਅਤੇ ਇੱਕ ਫਰਮ ਆਪਣੇ ਪ੍ਰੋਡਕਸ਼ਨ ਵਿੱਚ ਕੋਈ ਵੀ ਚੇਂਜ ਕਰਨਾ ਪਸੰਦ ਨਹੀਂ ਕਰਦੀ ਜਦੋਂ ਮਾਰਜਨਲ ਰੈਵਨਿਊ ਮਾਰਜਨਲ ਕੋਸਟ 'ਤੇ ਇਕੁਅਲ ਹੁੰਦਾ ਹੈ। ਉਸ ਸਿਚੁਏਸ਼ਨ ਨੂੰ ਕੀ ਕਹਿੰਦੇ ਆ, ਉਸ ਪੋਜੀਸ਼ਨ ਨੂੰ ਫਰਮਸ ਇਕੁਲਿਬਰੀਅਮ ਕੰਡੀਸ਼ਨ ਕਿਹਾ ਜਾਂਦਾ ਹੈ। ਸੋ ਜਿਹੜੀ ਫਸਟ ਕੰਡੀਸ਼ਨ ਆਫ ਫਰਮਸ ਇਕੁਲਿਬਰੀਅਮ ਹੋ ਗਈ ਆ ਕਿ ਮਾਰਜਨਲ ਕੋਸਟ ਕਰਵ ਮਾਰਜਨਲ ਰੈਵਨਿਊ ਦੇ ਇਕੁਅਲ ਹੋਣੀ ਚਾਹੀਦੀ ਆ। ਇਹ ਜ਼ਰੂਰੀ ਆ ਬਟ ਸਫੀਸ਼ੀਐਂਟ ਨਹੀਂ ਆ ਕੰਡੀਸ਼ਨ ਆਫ ਇਕੁਲਿਬਰੀਅਮ ਦੇ ਲਈ, ਕਿਉਂਕਿ ਇੱਕ ਫਰਮ ਨੂੰ ਇਸ ਨਾਲ ਮੈਕਸੀਮਮ ਪ੍ਰੋਫਿਟ ਨਹੀਂ ਹੋਏਗਾ ਜਦੋਂ ਮਾਰਜਨਲ ਕੋਸਟ ਮਾਰਜਨਲ ਰੈਵਨਿਊ ਦੇ ਇਕੁਅਲ ਹੋਏਗੀ। ਇਸ ਲਈ ਸੈਕਿੰਡ ਕੰਡੀਸ਼ਨ ਆਫ ਇਕੁਲਿਬਰੀਅਮ ਦਾ ਫੁਲਫਿਲ ਹੋਣਾ ਬਹੁਤ ਜ਼ਰੂਰੀ ਆ। ਸੈਕਿੰਡ ਕੰਡੀਸ਼ਨ ਕੀ ਆ ਕਿ ਜਿਹੜੀ ਮਾਰਜਨਲ ਕੋਸਟ ਕਰਵ ਆ ਉਹ ਮਾਰਜਨਲ ਰੈਵਨਿਊ ਕਰਵ ਨੂੰ ਫਰੋਮ ਬਿਲੋ ਤੋਂ ਕੱਟ ਕਰੇ। ਸੋ ਇੱਕ ਫਰਮਸ ਦਾ ਇਕੁਲਿਬਰੀਅਮ ਦੇ ਲਈ 2 ਕੰਡੀਸ਼ਨ ਦਾ ਫੁਲਫਿਲ ਹੋਣਾ ਬਹੁਤ ਜ਼ਰੂਰੀ ਆ। ਫਸਟ ਇਜ਼ marginal cost is equal to marginal revenue, and second is marginal cost cut marginal revenue curve from below. Now both these conditions of firm's equilibrium are explained with the help of figure 3. PP average revenue price per units as well as marginal revenue curve show ਕੀਤੀ ਹੈ। एक PP ਕੀ ਆ, ਪ੍ਰਾਈਸ ਆ, ਇਸ ਨੂੰ ਐਵਰੇਜ ਰੈਵਨਿਊ ਐਂਡ ਮਾਰਜਨਲ ਰੈਵਨਿਊ ਕਰਵ ਵੀ ਕਿਹਾ ਜਾਂਦਾ ਆ। ਇਟ ਇਜ਼ ਕਲੀਅਰ ਫਰੋਮ ਦਿਸ ਫਿਗਰ ਜਿਹੜੀ MC ਕਰਵ ਆ ਉਹ ਮਾਰਜਨਲ ਰੈਵਨਿਊ ਕਰਵ ਨੂੰ 2 ਪੁਆਇੰਟਸ ਦੇ ਉੱਪਰ ਕੱਟ ਕਰ ਰਹੀ ਹੈ, A ਪੁਆਇੰਟ ਐਂਡ E ਪੁਆਇੰਟ ਦੇ ਉੱਪਰ। ਇਨ ਅਦਰ ਵਰਡਸ ਜਿਹੜੀ ਮਾਰਜਨਲ ਕੋਸਟ ਇਜ਼ ਇਕੁਅਲ ਟੂ ਮਾਰਜਨਲ ਰੈਵਨਿਊ ਐਟ ਬੋਥ ਦੀਜ਼ ਪੁਆਇੰਟਸ, ਇਹਨਾਂ ਦੋਨਾਂ ਪੁਆਇੰਟਸ ਦੇ ਉੱਪਰ ਜਿਹੜੀ ਮਾਰਜਨਲ ਰੈਵਨਿਊ ਮਾਰਜਨਲ ਕੋਸਟ ਦੀ ਇਕੁਅਲ ਆ। ਪੁਆਇੰਟਸ ਇਹ ਇੰਡੀਕੇਟਸ ਕਰਦਾ ਕਿ ਅਗਰ ਫਰਮ ਪ੍ਰੋਡਿਊਸ ਕਰਦੀ ਹੈ ON ਯੂਨਿਟਸ ਆਫ ਆਊਟਪੁੱਟਸ, ਅਗਰ ਫਰਮ ਇਨਕਰੀਜ਼ ਕਰਦੀ ਆ ਆਊਟਪੁੱਟ ਫਰੋਮ ON ਯੂਨਿਟਸ ਟੂ OM, ਥੋੜੀ ਜਿਹੜੀ ਮਾਰਜਨਲ ਕੋਸਟ ਆ ਉਹ ਕੀ ਡਿਕਰੀਜ਼ ਹੁੰਦੀ ਜਾਏਗੀ ਐਜ਼ ਕੰਪੇਅਰ ਟੂ ਮਾਰਜਨਲ ਰੈਵਨਿਊ ਦੇ। ਇਟ ਮੀਨਸ ਪ੍ਰੋਡਕਸ਼ਨ ਫਰੋਮ ON ਟੂ OM, ਉਸ ਨਾਲ ਕੀ ਹੋਏਗਾ, ਇੱਕ ਫਰਮ ਨੂੰ ਪ੍ਰੋਫਿਟ ਜ਼ਿਆਦਾ ਹੋਏਗਾ ਅਗਰ OM ਤੋਂ ਲੈ ਕੇ OM ਤੋਂ ਅੱਗੇ OM ਤੱਕ ਪ੍ਰੋਡਕਸ਼ਨ ਕਰਦਾ ਆ। So under these circumstances, point A cannot indicate the position of equilibrium of the firm. On the other hand, point E show the firms producing OM units of output. अगर फर्म point E की show करता है कि एक फर्म OM units of output ਨੂੰ produce ਕਰਦੀ ਹੈ, अगर फर्म ਇਸ ਤੋਂ ਜ਼ਿਆਦਾ production ਕਰਦੀ ਹੈ OM units ਤੋਂ ਜ਼ਿਆਦਾ, तो उसकी ਜਿਹੜੀ marginal cost ਆ ਉਹ marginal revenue ਤੋਂ ਜ਼ਿਆਦਾ ਹੋ ਜਾਏਗੀ ਤੇ फर्म ਨੂੰ ਕੀ ਹੋਏਗਾ, loss ਹੋਏਗਾ। इसलिए OM यूनिट्स ऑफ आउटपुट की आ E पॉइंट की शो करता है इक्विलिब्रियम ऑफ द फर्म एट दिस पॉइंट। E पॉइंट के उपर जी कंडीशनस ऑफ इक्विलिब्रियम से दोनों फुलफिल हो रही हैं। फस्ट पॉइंट इज़ मार्जिनल कॉस्ट एंड मार्जिनल रैवन्यू इक्वल आ। E पॉइंट के उपर मार्जिनल कॉस्ट और मार्जिनल रैवन्यू दोनों इक्वल आ क्योंकि इस जगह पर कट करके लंघ रही है। एंड सैकेंड कंडीशन इज़ मार्जिनल कॉस्ट जी आ मार्जिनल रैवन्यू नीचे तो उपर नूं जाती हुई कट कर रही है क्योंकि सैकेंड कंडीशन यही सी ना कि मार्जिनल कॉस्ट करव कट मार्जिनल रैवन्यू कर्व फ्रॉम बिलो, दैट मीनस कि नीचे तो उपर नूं जाती हुई मार्जिनल रैवन्यू करव नूं मार्जिनल कॉस्ट करव कट करे। सो एट पॉइंट E इनू की इक्विलिब्रियम पोजीशन किया जाता है एंड फर्म्स नूं इस जगह ते मैक्सीमम प्रॉफिट मिलता है। इन केस द फर्म प्रोड्यूस मोर और लैस दैन OM आउटपुट्स दैन इट्स प्रॉफिट्स विल बी लैस दैन दी मैक्सीमम। सो द एक फर्म की इन्ना प्रोडक्शन करती है OM लैवल ऑफ आउटपुट नूं प्रोडक्शन करती है उसनूं इक्विलिब्रियम आउटपुट किया जाता है तो उस विच कोई भी टेंडेंसी नहीं होंदी उस विच इनक्रीज तो डिक्रीज करने विच उस लैवल ऑफ आउटपुट दे विच। सो देयरफॉर E पॉइंट की आ पॉइंट ऑफ इक्विलिब्रियम क्यों, बिकॉज A पॉइंट के उपर सिर्फ फस्ट कंडीशन ऑफ इक्विलिब्रियम फुलफिल हो रही है दैट इज़ मार्जिनल कॉस्ट इज़ इक्वल टू मार्जिनल रैवन्यू। सैकेंड कंडीशन जी कि बिलो तो मार्जिनल कॉस्ट करव मार्जिनल रैवन्यू कट करे फुलफिल नहीं हो रही क्योंकि मार्जिनल कॉस्ट करव इसनों उपर तो नीचे नूं दी कट कर रही है, इसलिए E पॉइंट की आ इक्विलिब्रियम पॉइंट आ। सो इन शॉर्ट ए फर्म इज़ इन इक्विलिब्रियम when both the conditions of equilibrium are fulfilled.